ਨਵਜੋਤ ਸਿੰਘ ਸਿੱਧੂ ਨੇ ਦਿੱਤਾ ਅਕਾਲ ਤਖਤ ਨੂੰ ਮੰਗ ਪੱਤਰ। ਸਿੱਧੂ ਨੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਚੋਂ ਛੇਕਣ ਦੀ ਕੀਤੀ ਮੰਗ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਅਕਾਲੀ ਦਲ ਤੇ ਤਿੱਖੇ ਪ੍ਰਹਾਰ ਕੀਤੇ ਜਾ ਰਹੇ ਨੇ। ਜਿੱਥੇ ਪੰਜਾਬ ਦੇ ਲੋਕ ਅਕਾਲੀ ਦਲ ਤੇ ਤਿੱਖੇ ਹਮਲੇ ਕਰ ਰਹੇ ਨੇ, ਉੱਥੇ ਹੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵੀ ਅਕਾਲੀ ਦਲ ਨੂੰ ਲੰਮੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ। ਕੋਈ ਕਸਰ ਨਹੀਂ ਛੱਡੀ ਨਵਜੋਤ ਸਿੰਘ ਸਿੱਧੂ ਨੇ। ਸਿੱਧੂ ਨੇ ਅੱਜ ਅਕਾਲ ਤਖਤ ਸਾਹਿਬ ਜਾ ਕੇ ਅਕਾਲੀ ਦਲ ਖਿਲਾਫ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸਿਰਸੇ ਵਾਲੇ ਦੇ ਡੀਲਰ ਬਾਦਲਾਂ ਨੂੰ ਪੰਥ ਵਿੱਚੋਂ ਛੇਕੋ। ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਗਏ ਨੇ। 2-4 ਵਾਰ ਨਹੀਂ, ਸੱਚੇ ਪਾਤਸ਼ਾਹ ਦੇ ਸਰੂਪਾਂ ਨੂੰ ਕਈ ਵਾਰ ਖੇਰੂ ਕੀਤਾ ਗਿਆ। ਜਦੋਂ ਤੱਕ ਧਰਤੀ ਰਹੂਗੀ ਇਹਨਾਂ ਬੇਅਦਬੀਆਂ ਨੂੰ ਸਿੱਖ ਸੰਗਤ ਕਦੇ ਦਿਲੋਂ ਭੁਲਾ ਨਹੀਂ ਪਾਵੇਗੀ, ਨਾ ਸੂਰ ਬਣ ਕੇ ਰਿਸਦਾ ਰਹੇਗਾ। ਇਹ ਜ਼ਖਮ ਕਦੇ ਭਰਨ ਵਾਲੇ ਨਹੀਂ। ਪਰ ਅੱਜ ਮੈਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਦੋਵੇਂ ਹੱਥ ਜੋੜ ਕੇ ਜ਼ਖਮ ਦੇਣ ਵਾਲੇ ਪੰਥ ਦੇ ਦੋਖੀਆਂ ਨੂੰ ਸਜ਼ਾ ਦੇਣ ਲਈ ਅਰਜ਼ ਲੈ ਕੇ ਆਇਆ ਹਾਂ। ਮੈਂ ਗਿਆ ਸੀ ਉੱਥੇ, ਚਿੱਠੀ ਦੇ ਕੇ ਆਇਆ। ਜੱਦਰ ਸਾਹਿਬ ਹੈ ਨਹੀਂ ਸੀ ਤੇ ਉਹਨਾਂ ਦਾ ਸਟਾਫ ਸੀਗਾ, ਤੁਹਾਡੇ ਸਾਰੇ ਬੰਦੇ ਸੀਗੇ ਉੱਥੇ। ਉਹਨਾਂ ਨੂੰ ਚਿੱਠੀ ਆਪ ਮੈਂ ਫੜਾ ਕੇ ਆਇਆ। ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਹੋਏ ਮਾੜੇ ਵਤੀਰੇ ਦੇ ਅਸਲ ਦੋਸ਼ੀਆਂ ਨੂੰ ਫੜਨਾ ਹੈ ਤੇ ਸਨ 2007 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਉਸ ਹੁਕਮਨਾਮੇ ਤੱਕ ਜਾਣਾ ਪਵੇਗਾ ਜਿਹੜਾ ਸਿਰਸਾ ਵਾਲੇ ਅਖੌਤੀ ਸਾਧ ਦੇ ਕੁਕਰਮਾਂ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਬੇਅਦਬੀਆਂ ਲਈ ਅਸਲ ਵਿੱਚ ਸਿਰਸੇ ਵਾਲੇ ਅਖੌਤੀ ਸਾਧ ਤੇ ਪ੍ਰੇਮੀਆਂ ਦੀਆਂ ਵੋਟਾਂ ਲਈ ਪੰਥ ਨੂੰ ਪਸਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸਰਕਾਰ ਸੀ। ਜਥੇਦਾਰ ਸਾਹਿਬ ਇੱਕ ਕਰਕੇ ਪਿਛਲੇ 11 ਸਾਲ ਦੀਆਂ ਘਟਨਾਵਾਂ ਤੇ ਨਜ਼ਰ ਪਾਈਏ ਤਾਂ ਇਹਨਾਂ ਦੀਆਂ ਕਰਤੂਤਾਂ ਖੁੱਲ੍ਹ ਕੇ ਸਾਹਮਣੇ ਆ ਜਾਣਗੀਆਂ। ਤੁਸੀਂ ਵੀ ਜਾਣਦੇ ਹੋ ਕਿ ਸਾਲ 2007 ਵਿੱਚ ਹੰਕਾਰੇ ਸਿਰਸੇ ਵਾਲੇ ਅਖੌਤੀ ਸਾਧ ਦੇ ਦਸਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਵਾਂਗ ਰਚਾਇਆ ਸੀ। ਪੰਥ ਨੇ ਇਕੱਠਿਆਂ ਹੋ ਕੇ ਜ਼ੁਲਮੀ ਦੀ ਇਸ ਹਰਕਤ ਦੀ ਨਿਖੇਧੀ ਕੀਤੀ। ਥਾਂ ਵਿਰੋਧ ਹੋਏ। ਸੰਗਰੂਰ ਵਿੱਚ ਇੱਕ ਸਿੱਖ ਨੌਜਵਾਨ ਦੀ ਵਿਰੋਧ ਦੌਰਾਨ ਆਪਣੀ ਜਾਨ ਵੀ ਗਵਾਈ। ਤਖਤ ਸ੍ਰੀ ਦਮਦਮਾ ਸਾਹਿਬ ਤੇ ਸਰਬਤ ਖਾਲਸਾ ਬੁਲਾਇਆ ਗਿਆ। ਸੰਗਤਾਂ ਦੇ ਮਨਾਂ ਵਿੱਚੋਂ ਸਿਰਸੇ ਵਾਲੇ ਡੇਰੇ ਸਾਧ ਲਈ ਨਫ਼ਰਤ ਮੁੱਕਣ ਦਾ ਥਾਂ ਵੱਧ ਰਹੀ ਸੀ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਪੰਥ ਵਿੱਚੋਂ ਛੇਕਣ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਨੂੰ ਲੰਮੇ ਹੱਥੀਂ ਲਿਆ। ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਡੇਰਾ ਮੁਖੀ ਖਿਲਾਫ ਅਕਾਲੀ ਦਲ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਜਦੋਂ ਸਿਰਸਾ ਪ੍ਰਮੁੱਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਸਤਰ ਧਾਰਨ ਕੀਤੇ ਸਨ ਤਾਂ ਵੀ ਉਹਨਾਂ ਖਿਲਾਫ ਬਾਦਲ ਪਰਿਵਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਡੇਰਾ ਮੁਖੀ ਨੂੰ ਮੁਆਫ ਕਰ ਦਿੱਤਾ ਗਿਆ। ਸ਼ਾਂਤੀਮਈ ਢੰਗ ਨਾਲ ਜਾਪ ਕਰ ਰਹੀਆਂ ਸਿੱਖ ਸੰਗਤਾਂ ਤੇ ਗੋਲੀਆਂ ਵਰਾਈਆਂ ਗਈਆਂ ਅਤੇ ਇਹਨਾਂ ਦੇ ਤਸ਼ੱਦਦ ਤੋਂ ਤੰਗ ਆ ਕੇ ਹੀ ਪੰਥਕ ਜਥੇਬੰਦੀਆਂ ਨੂੰ ਸਰਬੱਤ ਖਾਲਸੇ ਦਾ ਇਕੱਠ ਕਰਨਾ ਪਿਆ। ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਤੱਕ ਸਪਸ਼ਟ ਨਹੀਂ ਕੀਤਾ ਕਿ ਡੇਰਾ ਮੁਖੀ ਨੂੰ ਮੁਆਫੀ ਕਿਉਂ ਦਿੱਤੀ ਗਈ ਸੀ। ਇਹਨਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਦੇਖੋ, ਮੇਰੇ ਵਰਗੇ ਛੋਟੇ ਭਰਾਵਾਂ ਦਾ ਇਹਨਾਂ ਦੇ ਪ੍ਰਤੀ ਆਦਰ ਦੇਖੋ ਕਿ ਇਹ ਕਿਸ ਕਿਰਦਾਰ ਦੇ ਮਾਲਕ ਨੇ। ਤੇ ਉੱਤੋਂ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨਾਲ ਪੰਥ ਚੋਂ ਹੁਕਮਨਾਮਾ ਆਇਆ ਹੋਵੇ ਕਿ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ, ਉਹਦੇ ਨਾਲ ਵੋਟਾਂ ਤੇ ਨੋਟਾਂ ਦੀ ਅਹੁਦਾ ਨਾਰਾਇਣ, ਨਗਦ ਨਾਰਾਇਣ, ਇਹ ਅਹੁਦਾ ਨਾਰਾਇਣ ਤੇ ਨਗਦ ਨਾਰਾਇਣ ਵਰਤਣ ਵਾਲੇ ਬੰਦੇ ਐ। ਇਹ ਕਿਸ ਮੂੰਹ ਨਾਲ ਕਹਿ ਸਕਦੇ ਇਹਨਾਂ ਦਾ ਕਾਪੀਰਾਈਟ ਹੈ, ਇਹਨਾਂ ਦਾ ਪੇਟੈਂਟ ਹੈ, ਇਹਨਾਂ ਨੇ ਪੇਟੈਂਟ ਕਰਾ ਲਿਆ ਵੀ ਅੱਜ ਕੋਈ ਜਾਖੜ ਸਾਹਿਬ, ਕੋਈ ਨਵਜੋਤ ਸਿੰਘ ਸਿੱਧੂ ਉੱਠ ਕੇ ਇਹ ਨਹੀਂ ਕਹੂਗਾ ਵੀ ਤੁਸੀਂ ਅਕਾਲ ਤਖਤ ਆਦਿ ਅਨੰਤ ਸਾਡੀਆਂ ਸੰਸਥਾਵਾਂ ਨੂੰ ਯੂ ਹੈਵ ਬਿਲਿਟਲਡ them, ਤੁਸੀਂ ਉਹਨਾਂ ਨੂੰ ਛੋਟਾ ਕਰੀ ਜਾਂਦੇ ਹੋ।
ਤੁਹਾਨੂੰ ਕਿਹਨੇ ਤਾਕਤ ਦਿੱਤੀ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਘਰੇ ਬੁਲਾ ਕੇ ਤਲਬ ਕਰਕੇ ਕਹੋ ਕਿ ਹੁਕਮਨਾਮਾ ਬਦਲ? ਕੌਣ ਹੋ ਤੁਸੀਂ? ਇਹ ਉਹ ਸੰਸਥਾ ਜਿਹਦੇ ਅੱਗੇ ਹਰ ਮਾਨਵ ਤੁੱਛ ਹੈ, ਜ਼ਰਾ ਹੈ। ਤੇ ਇਹ ਜਾਖੜ ਸਾਹਿਬ ਦਾ ਵੀ, ਹਰ ਪੰਜਾਬੀ ਦਾ ਵੀ, ਪੰਜਾਬੀਅਤ ਦਾ ਇਹ ਹੱਕ ਹੈ ਕਿ ਉਹ ਨਿਆਂ ਮੰਗੇ। ਨਿਆਂ, ਅਕਾਲ ਤਖਤ ਸਾਹਿਬ ਤੋਂ ਨਿਆਂ ਮੰਗਣਾ ਸਾਡਾ ਫਰਜ਼ ਵੀ ਹੈ, ਸਾਡਾ ਧਰਮ ਵੀ ਹੈ। ਵੀ ਦੱਸੋ ਤੁਸੀਂ ਗੁਰਸਿੱਖ ਲੋਕਾਂ ਤੇ ਗੋਲੀਆਂ ਕਿਉਂ ਵਰਾਈਆਂ? ਤੇ ਇਹ ਡੇਰਾ ਪ੍ਰੇਮ ਕਿਉਂ ਜਾਗਿਆ ਤੁਹਾਡਾ? ਤੁਸੀਂ ਇਹਨਾਂ ਨਾਲ ਨਰਮ ਕਿਉਂ ਸੀ? ਵਾਈ ਵਰ ਯੂ ਸੌਫਟ ਵਿਦ them? ਇਹ ਦਿਸ ਇਜ਼ ਆਸਕਿੰਗ ਫॉर ਜਸਟਿਸ। ਇਹ ਵੀ ਆਰ ਆਸਕਿੰਗ ਫॉर ਜਸਟਿਸ। ਜਾਖੜ ਸਾਹਿਬ ਇਹਦੇ ਚ ਧਰਮ ਨਹੀਂ ਲਿਆ ਰਹੇ ਬਿਲਕੁਲ। ਔਰ ਸਭ ਤੋਂ ਵੱਡਾ ਧਰਮ ਵੀ ਇਹ ਹੈ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ वो। ਹੁਣ ਕਰਦਾ ਫਿਰਕੂ ਫਿਰਕੂ। ਹਾਂਜੀ, ਕੋਈ ਕੁੱਤਾ ਮਰ ਜੇ ਕਹੂਗਾ ISI। ਹਾਂਜੀ, ਕੋਈ ਪੇੜ ਮੁਰਝਾ ਜੇ ਕਹੂਗਾ ISI। ਇਹ ਕਿਉਂ ਕਹਿੰਦਾ ISI? ਕਿਉਂਕਿ ਤੁਸੀਂ ਦੇਖੋ ਕਿ ਜਦੋਂ ਇਲੈਕਸ਼ਨ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਇਹ ISI ਦੇ ਨਾਮ ਦੇ ਉੱਤੇ ਗਲਤ ਗੱਲਾਂ ਕਰਾਉਂਦੇ ਔਰ ਫਿਰ ਬਲੇਮ ਉਹਨਾਂ ਦੇ ਉੱਤੇ ਸੁੱਟਦੇ। ਇੱਥੇ ਕੋਈ ਫਿਰਕੂ ਤਾਕਤ ਇਹਨਾਂ ਦੇ ਖਿਲਾਫ ਨਹੀਂ ਖੜੀ, ਇਹਨਾਂ ਦੇ ਖਿਲਾਫ ਸਿੱਖ ਕੌਮ ਖੜੀ। ਇਹ ਗਲਤ ਬੋਲਦਾ ਜਦੋਂ ਬੋਲਦਾ, ਨਾ ਕੋਈ ਹਿੰਦੂ ਇਹਨਾਂ ਦੇ ਖਿਲਾਫ ਬੋਲ ਰਿਹਾ ਔਰ ਉਹ ਸਾਡਾ ਹਿੱਸਾ ਨੇ, ਸਾਡੀ ਪੱਗ ਦੇ ਲੜ ਨੇ। ਨਾ ਕੋਈ ਮੁਸਲਮਾਨ ਇਹਨਾਂ ਦੇ ਖਿਲਾਫ ਬੋਲ ਰਿਹਾ। ਇਹਨਾਂ ਦੇ ਖਿਲਾਫ ਸਿੱਖ ਕੌਮ ਖੜੀ ਹੈ। ਜਿਸ ਕੌਮ, ਜਿਸ ਪੰਥ ਤੇ ਗ੍ਰੰਥ ਦੀ ਨਿਰਮਲ ਧਾਰਾ ਦੇ ਵਿੱਚੋਂ, ਮੈਂ ਫਿਰ ਕਹਿਣਾ, ਜਿਸ ਪੰਥ ਤੇ ਗ੍ਰੰਥ ਦੀ ਨਿਰਮਲ ਧਾਰਾ ਦੇ ਵਿੱਚੋਂ ਇਹ ਅਕਾਲੀ ਦਲ ਨਿਕਲਿਆ ਔਰ 40 ਸਾਲ ਇਹਨਾਂ ਨੇ ਰਾਜ ਕੀਤਾ। ਅੱਜ ਇਹਨਾਂ ਦੇ ਪਰਦੇ ਫਾਸ਼ ਹੋ ਗਏ ਔਰ ਉਹ ਲੋਕ ਇਹਨਾਂ ਦੇ ਖਿਲਾਫ ਖੜੇ ਆ। ਉਹ ਲੋਕ ਇਹਨਾਂ ਦੇ ਖਿਲਾਫ ਧਰਨੇ ਦੇ ਰਹੇ ਆ। ਉਹ ਲੋਕ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਆ। ਫਿਰ ਬਾਕੀ ਅਸੀਂ ਕੀ ਪ੍ਰਮਾਣ ਦੇਣਾ? 13 ਸੀਟਾਂ ਰਹਿ ਗਈਆਂ ਇਹਨਾਂ ਦੀਆਂ। ਕਦੇ ਹੋਇਆ ਸੀ ਕਿ ਅਕਾਲੀ ਦਲ, ਪਵਿੱਤਰ ਜਮਾਤ ਜਿਹਨੂੰ ਮੰਨਦੇ ਹੁੰਦੇ ਸੀ, ਉਹ 40 ਸੀਟਾਂ ਤੋਂ ਥੱਲੇ ਆਇਆ ਹੋਵੇ? ਇਹਦੀ ਸੋਸ਼ਲ ਇੰਜੀਨੀਅਰਿੰਗ ਸੀ। ਇਹਦੀ ਸੋਸ਼ਲ ਇੰਜੀਨੀਅਰਿੰਗ ਸੀ। ਇਹਨੇ ਸੋਚਿਆ ਵੀ ਹਰਿਆਣੇ ਦੇ ਵਿੱਚ 4 ਸੀਟਾਂ ਤੋਂ 40 ਹੋ ਗਈਆਂ ਕਿਸੇ ਪਾਰਟੀ ਦੀਆਂ, ਤੇ ਮੈਂ 40 ਤੋਂ 80 ਕਰ ਲੂੰ। ਬਾਬਾ ਬਾਦਲ 5 ਦਿਨ ਘਰੋਂ ਨਹੀਂ ਨਿਕਲਿਆ, ਮੈਂ ਬਿਮਾਰ ਹਾਂ। ਤੇ ਜਦੋਂ ਦੇਖਿਆ ਵੀ ਸਭ ਕੁਝ ਉਲਟੀ ਜਾਂਦਾ ਹੈ, ਤੇ ਫੇਰ ਆ ਕੇ ਉੱਥੇ ਰੈਲੀ ਕੀਤੀ। ਕੁਰਬਾਨ ਕਰ ਦੂੰ, ਕਹਿੰਦਾ ਮੈਂ ਕੁਰਬਾਨ? ਮੈਂ ਕਿਹਾ ਤੈਂ ਕਈ ਕੁਰਬਾਨ ਕਰਤੇ ਆਪਣੇ ਸਵਾਰਥਾਂ ਦੇ ਲਈ। ਮਚਲਾ ਬਜ਼ੁਰਗ ਅੰਦਰ ਹੀ ਅੰਦਰ ਗੁੜ ਦੇ ਕੇ, ਲੈ ਵੀ ਤੂੰ ਗੁੜ ਖਾ ਲੈ, ਗੁੜ ਦੇ ਵਿੱਚ ਪਤਾ ਨਹੀਂ ਕੀ ਪਾਇਆ। ਸੋ ਇਸ ਕਰਕੇ ਅਸੀਂ ਇਸ ਨਿਆਂ ਦੇ ਲਈ ਲੜ ਰਹੇ ਹਾਂ, ਅਸੀਂ ਇਸ ਜਸਟਿਸ ਦੇ ਲਈ ਲੜ ਰਹੇ ਹਾਂ। ਔਰ ਸਾਨੂੰ ਪੰਜਾਬੀ ਹੋਣ ਦੇ ਨਾਤੇ, ਪੰਜਾਬੀਅਤ ਦੇ ਨਾਤੇ ਇਹ ਬੜਾ ਦੁੱਖ ਹੁੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ, ਉਹਦੀ ਗਰਮਾ, ਉਹਦੀ ਮਹਿਮਾ ਨੂੰ ਕੋਈ ਇੰਨਾ ਛੋਟਾ ਕਰ ਦੇਵੇ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਇਹਨਾਂ ਦੇ ਲਿਫਾਫਿਆਂ ਚੋਂ ਨਿਕਲਣ। ਹਾਂਜੀ, ਤੇ ਇਹਨਾਂ ਦੀ ਗੱਲ ਮਾੜੀ ਜਿਹੜੀ ਹੈ ਉਹ ਹੁਕਮਨਾਮੇ ਬਦਲਵਾਉਣ ਦੇ ਲਈ, ਇਹਨਾਂ ਦੇ ਨਿੱਜੀ ਹਿੱਤਾਂ ਦੀ ਪੂਰਤੀ ਦੇ ਲਈ ਕਰਾਈ ਜਾਵੇ। Is that what Sri Akal Takht Sahib was meant for? So ਇਸ ਕਰਕੇ I rest my case with this। ਔਰ ਮੈਂ ਜਾਖੜ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਦੇ ਨਾਲ ਬੈਠਣ ਨਾਲ, ਇਹਨਾਂ ਦੇ ਬੋਲਣ ਨਾਲ ਮੈਂ ਇਹਨਾਂ ਦੀ ਸੰਗਤ ਨੂੰ ਬਹੁਤ ਵੱਡਾ ਮੰਨਦਾ ਆਪਣੇ ਆਪ। ਸੁੱਚਾ ਸਿੰਘ ਲੰਗਾਹ ਵਰਗੇ ਵੀ ਸਿੱਖ ਨੇ, ਤੇ ਮੈਨੂੰ ਲੱਗਦਾ ਕਿ ਇਹ ਉਹਨਾਂ ਨਾਲੋਂ ਲੱਖ ਗੁਣੇ ਜ਼ਿਆਦਾ ਚੰਗੇ ਨੇ। ਜਦੋਂ ਮੇਰੇ ਨਾਲ ਉਹਨਾਂ ਨਾਲ ਕੰਪੇਅਰ ਨਾ ਕਰੋ, ਲੱਖ ਗੁਣੇ। ਦੇਖੋ ਠੀਕ ਕਹਿ ਰਹੇ ਹੋ, ਬਿਲਕੁਲ ਬਿਲਕੁਲ ਠੀਕ ਕਰ ਰਿਹਾ। ਮੈਂ ਕਰੈਕਸ਼ਨ ਲਾਓ, ਵਾਪਸ ਲੈ ਲਿਆ ਭਾਜੀ, ਵਾਪਸ ਲੈ ਲਿਆ ਜੀ, ਵਾਪਸ ਲੈ ਲਿਆ। ਦੇਖੋ ਕਿ ਉਹਨਾਂ ਨੂੰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਣਾਉਂਦੇ ਹੋ। ਆ ਬ੍ਰਹਮਪੁਰਾ ਸਾਹਿਬ ਤੇ ਨੀਲੀ ਪੱਗ ਬੰਨ੍ਹਣੋਂ ਹੁਣ ਹਟ ਗਏ ਆ, ਉਹ ਪਿੰਕ ਪੱਗ ਬੰਨ੍ਹਦੇ ਆ, ਕਿਉਂਕਿ ਜੋ ਨੀਲੀਆਂ ਪੱਗਾਂ ਲਈ ਜਾਣੇ ਜਾਂਦੇ ਸੀ ਉਹ ਨੀਲੀਆਂ ਫਿਲਮਾਂ ਲਈ ਜਾਣੇ ਜਾਂਦੇ ਆ। ਹਾਂਜੀ ਮਹਾਰਾਜ, ਇਹ ਦੂਜਾ ਨੀਲਾ ਇਹ ਇਹਨੂੰ ਕਹਿੰਦੇ ਨੇ, ਸੁੱਚਾ ਨੀਲਾ। ਹਾਂ ਸੁੱਚਾ, ਇਹਨੂੰ ਕਹਿੰਦੇ ਨੇ ਇਲੈਕਟ੍ਰਿਕ ਬਲੂ, ਇਲੈਕਟ੍ਰਿਕ ਬਲੂ। ਸਮਝੋ ਮੇਰੀ ਗੱਲ? ਹਾਂ, ਤੇ ਇਸ ਕਰਕੇ ਮੈਂ ਇਸ ਗੱਲ ਤੋਂ ਨਾ ਘਬਰਾਵਾਂ, ਨਾ ਮੇਰਾ ਵੱਡਾ ਭਰਾ ਘਬਰਾਵੇ। ਪ੍ਰਧਾਨ ਨਾਲੋਂ ਜ਼ਿਆਦਾ ਮੈਂ ਜਾਖੜ ਸਾਹਿਬ ਨੂੰ ਆਪਣਾ ਵੱਡਾ ਭਰਾ ਸਮਝਦਾ, ਕਿਉਂਕਿ ਮੈਨੂੰ ਲੱਗਦਾ ਕਿ ਯਾਰ ਸਾਡੇ ਜਿਹੜੇ ਅਸੂਲਾਂ ਦੇ ਉੱਤੇ ਅਸੀਂ 15 ਸਾਲ ਤੁਰਦੇ ਆਏ, ਕੋਈ ਹੈ ਉਸ ਰਾਹ ਦੇ ਉੱਤੇ ਸੱਚਾ ਸੁੱਚਾ ਤੁਰਨਾ।
इस करके मेरे मन दे विच इज्जत 1000 गुणी ज़्यादा है। सो साहब मैं इत्थे एक ते न्याय दे वास्ते, हर पंजाबी दे वास्ते, पंजाबीयत दे वास्ते, जिहड़ी पंजाबीयत कदे भी वंडदी नहीं, कदे तोड़दी नहीं। पंजाबीयत तो 4 वर्णां नूं खुला रखदी है दरवाजा। राजा क्या रंग, जाओ मत्था टेको, कोई पुछदा है? मानस की जात सब है, एक है पहचान वो। अपने निजी स्वार्थां लई ये धर्म की बोली लाउणगे, अपने निजी स्वार्थां दे लई ये श्री अकाल तख्त साहब के जथेदारां नूं घरे समन करनगे, एडे वड्डे संस्थावां नूं बिलिटल करनगे। इन्हां गल्लां तो मेरा दिल दुखिया। पहलां इन्हां नूं किसी ने सवाल कीते नहीं, लेकिन अज मैं प्रूफ दे नाल सवाल कर रहा, प्रूफ दे नाल ये सवाल कर रहा और ये सारी दुनिया नूं कह रहा भी इन्हां दियां फिरकू गल्लां च आना ना। असी सारे एक सी, असी सारे एक हाँ, और जे कोई इन्हां दे खिलाफ अज है तो पूरी सिख कौम डट के खड़ी है। लो जी, धन्यवाद तुहाडा, थैंक यू वेरी मच। मैं समुंदर की गल कर रहा, तुसीं छप्पड़ की गल ना की। हाँ जी, हाँ सुप्रीम कोर्ट दा ढड़ी दोबारा सुनवाई है, अकाली दल कहंदे रेजिग्नेशन लो। ये तो 30 साल के कहते हैं की हो जूगा, ਉਹਦਾ ਨਾਲ ਕੀ ਹੋ ਜੂਗਾ। ਬਾਦਲ ਹੁਣੀ ਜਿੱਥੇ ਕਾਸਰ ਸਾਹਿਬ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਮਾਫੀਨਾਮਾ ਲਿਖਵਾਇਆ, ਉਹਨਾਂ ਨੂੰ ਪਹਿਲਾਂ ਉਹਨਾਂ ਨੇ ਜਾਰੀ ਕਰਾਇਆ। ਹੁਣ ਤੁਸੀਂ ਕਿਸ ਤਰ੍ਹਾਂ ਉਮੀਦ ਕਰਦੇ ਹੋ ਜੱਥੇਦਾਰ ਕੋਲੋਂ ਕੋਈ ਨਿਰਪੱਖ ਕਾਰਵਾਈ ਕਰਨੀ ਜੇ ਬਾਦਲਾਂ ਤੇ? ਬਈ ਇੱਕ ਗੱਲ ਨੂੰ ਸਮਝ ਲਓ, ਪਹਿਲਾਂ ਬੜੇ ਧਿਆਨ ਨਾਲ ਸਮਝ ਲਓ। ਸੰਸਥਾ ਹੈ ਨਾ ਜਿਹੜੀ, ਉਹ ਬਹੁਤ ਵੱਡੀ ਹੈ। ਇਸ ਸੰਸਥਾ ਦੇ ਵਿੱਚ ਖੜ ਕੇ ਜਦੋਂ ਕੋਈ ਮੈਂ ਗੱਲ ਕਰਦਾ ਨਾ, ਉਹ ਪੂਰੇ ਵਰਲਡ 'ਚ ਜਾਂਦੀ ਹੈ ਔਰ ਆਵਾਜ਼ ਚੁੱਕਣਾ ਸਾਡਾ ਫਰਜ਼ ਹੈ। ਅਸੀਂ ਕੋਈ ਇੱਥੇ ਦਖਲ ਦੇਣ ਨਹੀਂ ਆਏ, ਲੇਕਿਨ ਅਸੀਂ ਅਲਖ ਜਗਾਉਣ ਵੀ ਆਏ ਹਾਂ। ਅਸੀਂ ਇਹ ਵੀ ਕਹਿਣ ਆਏ ਹਾਂ ਕਿ ਇਹ ਸਾਡੀ ਸਾਰਿਆਂ ਦੀ ਪੂੰਜੀ ਹੈ ਜਿਹਨੂੰ ਅੱਜ ਦਾਗ ਲੱਗ ਰਹੇ। ਇਹ ਸਾਡੇ ਲਈ ਕਿੱਡੀ ਮਤਲਬ ਜਿਹਨੂੰ ਕਹਿੰਦੇ ਨੇ ਸ਼ਰਮ ਦੀ ਗੱਲ ਹੈ। ਔਰ ਲੋਕ ਬਿਲਕੁਲ ਆ ਜਿਹੜੀ ਗੱਲ ਕਹੀ, ਇੱਕ ਵਾਰ ਕਹਿ ਕੇ ਦਿਖਾਓ ਜੀ ਇਹਨਾਂ ਨੂੰ। ਨਹੀਂ ਤੁਹਾਡੀ ਗੱਲ ਆ, ਉਹ ਕਹਿ ਕੇ ਦਿਖਾਓ। ਜਿਹੜੀ ਸਿੱਧੂ ਸਾਹਿਬ ਕਹਿ ਰਹੇ ਹੈ, ਪਹਿਲਾਂ ਵੀ ਜਿਸ ਕਿਸਮ ਦੇ ਹੁਕਮਨਾਮੇ ਆਏ ਜਾਂ ਗੁਰਮਤਾ ਜਦੋਂ ਪਾਸ ਕੀਤਾ ਗਿਆ, ਜਿਨ੍ਹਾਂ ਨੂੰ ਬਾਅਦ 'ਚ ਕਿਹਾ ਗਿਆ ਗੁਰਮਤਾ ਹੈ, ਲੋਕਾਂ ਦੀ ਭਾਵਨਾ ਸਾਹਮਣੇ ਰੱਖ ਕੇ ਉਹ ਵਾਪਸ ਲੈਣਾ ਪਿਆ। ਅੱਜ ਵੀ ਜਦੋਂ ਮੈਂ ਕਹਿ ਰਿਹਾ ਵੀ ਆਹ ਜਿਹੜੀ ਭਾਵਨਾ ਦੇ ਕੇ ਆਏ ਉੱਥੇ ਸਿੱਧੂ ਸਾਹਿਬ, ਆ ਕੋਈ ਇਕੱਲੇ ਕਿਸੇ ਸਾਰਿਆਂ ਦੀ ਇਹਦੇ ਵਿੱਚ ਅਕਾਲੀਆਂ ਦੀ ਵੀ ਭਾਵਨਾ ਹੈ। ਜੇ ਤੁਸੀਂ ਇਹਨਾਂ ਦੇ ਚਾਹੇ ਤੁਸੀਂ ਭੁੰਦੜ ਸਾਹਿਬ ਨੂੰ ਵੀ ਪੁੱਛ ਲਓ, ਚਾਹੇ ਢੀਂਡਸਾ ਸਾਹਿਬ ਨੂੰ ਪੁੱਛ ਲਓ, ਚਾਹੇ ਬ੍ਰਹਮਪੁਰਾ ਸਾਹਿਬ ਨੂੰ ਪੁੱਛ ਲਓ, ਉਹ ਸਟੇਜ ਤੇ ਖੜ ਕੇ ਕਹਿ ਨਹੀਂ ਰਹੇ। ਉਹ ਸਿਰਫ ਇੰਨਾ ਹੀ ਕਹਿ ਰਿਹਾ ਵੀ ਮਾਫੀ ਮੰਗਣ। ਉਹਨਾਂ ਦੀ ਵੀ ਇੱਛਾ ਹੈ ਵੀ ਇਹਨਾਂ ਦੇ ਨਾਲ ਉਹ ਹੀ ਕੰਮ ਕੀਤਾ ਜਾਵੇ ਜਿਹੜੇ ਸਿੱਧੂ ਸਾਹਿਬ ਨੇ ਜਾ ਕੇ ਉੱਥੇ ਬੇਨਤੀ ਕੀਤੀ ਹੈ। ਉਹ ਹੋ ਰਿਹਾ। ਦੇਖੋ ਮੇਰੀ ਗੱਲ ਨੂੰ ਸੁਣੋ, ਤੁਸੀਂ ਯਾਰ ਮੈਂ ਇੱਕ ਜਵਾਬ ਦੇ ਰਿਹਾ। ਜਿਹੜੀ ਚੀਜ਼ 2 ਸਾਲਾਂ ਦੇ ਵਿੱਚ ਜੂੰ ਨਹੀਂ ਰਿੰਗੀ ਇਹਨਾਂ ਦੇ ਕੰਨਾਂ ਦੇ ਵਿੱਚ, ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਮਿੱਟੀ ਝਾੜਦੇ ਰਹੇ 2 ਸਾਲ, ਇਹ 2 ਸਾਲ ਲੱਗਿਆ ਰਿਹਾ। ਤੁਸੀਂ ਕਹਿੰਦੇ ਹੋ ਵੀ ਦੂਜੀ ਕਾਰਵਾਈ ਕਰ ਦਿਓ। ਅਸੀਂ 1 ਸਾਲ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ, ਜੇ ਇਹਨਾਂ ਨੂੰ ਕੋਈ ਉਸ ਰਿਪੋਰਟ ਤੋਂ ਇਤਰਾਜ਼ ਹੋਵੇ, ਇਹ ਕਾਊਂਟਰ ਕਰਨ। ਜੇ ਕਾਊਂਟਰ ਨਹੀਂ ਕਰ ਸਕਦੇ, ਇਹ ਮੇਰੇ ਨਾਲ ਕਰ ਲੈਣ, ਜਾਖੜ ਸਾਹਿਬ ਨਾਲ ਕਰ ਲੈਣ, ਕਿਸੇ ਹੋਰ ਨੂੰ, ਸੁਖੀ ਭਾਈ ਨੂੰ ਭੇਜ ਦਿੰਦੇ ਆ, ਉਹ ਸਾਡੇ ਦੋਨਾਂ ਨਾਲੋਂ ਤਕੜੇ ਆ, ਹੈ ਉਹਨਾਂ ਨੂੰ ਭੇਜ ਦਿੰਦੇ ਆ, ਇਹ ਬੈਠ ਲੈਣ ਕਿਤੇ। ਮੈਂ ਇਹਨਾਂ ਨੂੰ ਇੰਨੇ ਦਿਨਾਂ ਦਾ ਕਹਿਣਾ, ਜਾਖੜ ਸਾਹਿਬ ਨੇ ਕਿਹਾ ਕੋਈ ਇੱਕ ਵਾਰ ਸੁਖਬੀਰ ਸਿੰਘ ਬਾਦਲ ਨੇ, ਕੋਈ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਆ ਕੇ ਇਸ ਗੱਲ ਦਾ ਕਾਊਂਟਰ ਕੀਤਾ? ਕੋਈ ਇੱਕ ਫੈਕਟ ਦਾ ਕਾਊਂਟਰ ਕੀਤਾ? ਕੋਈ ਇਹ ਕਿਹਾ ਮੈਂ ਵਿਧਾਨ ਸਭਾ 'ਚ ਖੜ ਕੇ ਕਿਹਾ ਵੀ ਆ ਕੇ ਇੱਥੇ ਜਵਾਬ ਦੇਵੇ? ਇਹਦੇ ਵਿਧਾਨ ਸਭਾ 'ਚ ਹਾਜ਼ਰੀ ਲਾਣ ਬਾਹਰੋਂ ਲਾ ਕੇ ਤੁਰ ਗਏ, ਇਹ ਤਾਂ ਵਿਧਾਨ ਸਭਾ ਦੇ ਵਿੱਚ ਵੜੇ ਨਹੀਂ ਤੇ ਤੁਸੀਂ ਗੱਲਾਂ ਕਰਦੇ ਹੋ ਇਹਦੀਆਂ। ਮੈਂ ਤਾਂ ਕਹਿੰਦਾ ਕੁਰਸੀ ਲਾਵੇ ਜਿੱਥੇ ਮਰਜੀ, ਲਓ ਅਸੀਂ ਦੋਨੋਂ ਆਉਂਦੇ ਆ। ਇਹ ਹੋ ਰਹੀ ਹੈ ਨਾ ਹੁਣ ਯਾਰ। ਹੁਣ ਜਦੋਂ ਸਿੱਟ ਯਾਰ ਮੇਰੀ ਇੱਕ ਗੱਲ ਨੂੰ ਸਮਝ ਲਓ ਪਹਿਲਾਂ, ਕਿ ਜੋ ਕੁਛ ਵੀ ਕੈਪਟਨ ਸਾਹਿਬ ਨੇ ਕੀਤਾ ਹੈ ਉਹ ਟਾਈਮ ਬਾਉਂਡ ਹੋਣਾ ਚਾਹੀਦਾ। ਮੈਂ ਤਾਂ ਪਹਿਲੇ ਦਿਨ ਦਾ ਕਹਿੰਦਾ, ਜੇ ਟਾਈਮ ਬਾਉਂਡ ਨਹੀਂ ਹੋਊਗਾ ਤਾਂ ਛੇਤੀ ਹੋਊਗਾ। ਇੱਕ ਗੱਲ ਨੂੰ ਸਮਝ ਲਓ ਕਿ ਜਿਹੜੀ ਚੀਜ਼ ਇਹਨਾਂ ਨੇ 2 ਸਾਲ ਜੂੰ ਨਹੀਂ ਰਿੰਗਣ ਦਿੱਤੀ, ਅਸੀਂ ਉਹ ਸਾਲ ਦੇ ਵਿੱਚ ਸੁਲਝਾ ਕੇ ਸਾਰੇ ਸਾਹਮਣੇ, ਲੋਕਾਂ ਦੇ ਸਾਹਮਣੇ ਪੂਰੀ ਗੁੱਥੀ ਜਿਹੜੀ ਉਲਝੀ ਹੋਈ ਸੀ ਸੁਲਝਾ ਕੇ ਤੁਹਾਡੇ ਸਾਹਮਣੇ ਰੱਖਦੀ ਵੀ ਆਹ ਫਲਾਨਾ ਬੰਦਾ ਜ਼ਿੰਮੇਵਾਰ ਹੈ। ਜੇ ਇਹ ਕਹਿਣ ਬਈ ਜੀ ਡੇਰਾ ਪ੍ਰੇਮੀਆਂ ਨੇ ਨਹੀਂ ਕੀਤਾ ਇਹ, ਤੇ ਸਾਹਮਣੇ ਆ ਕੇ ਕਾਊਂਟਰ ਕਰਨ। ਮੁੱਕਰਦੇ ਆ ਇਸ ਗੱਲ ਤੋਂ, ਮੁੱਕਰਦੇ ਆ ਵੀ ਇਹਨਾਂ ਨੇ ਜਥੇਦਾਰ ਨੂੰ, ਆਨਰੇਬਲ ਜਥੇਦਾਰ ਸਾਹਿਬ ਨੂੰ ਬੁਲਾਇਆ, ਘਰੇ ਤਲਬ ਨਹੀਂ ਕੀਤਾ, ਮੁੱਕਰਦੇ ਆ।
ਕਿਤੇ ਕੋਈ ਗੱਲ ਦੇ ਉੱਤੇ ਮੁੱਕਰ ਕੇ ਦਿਖਾਣ, ਕਿਤੇ ਕਿਸੇ ਗੱਲ ਦੇ ਉੱਤੇ ਡਿਨਾਈ ਕਰਕੇ ਆਈਦਰ ਔਰ ਨਹੀਂ ਸਾਹਿਬ, ਦੋਨੋਂ ਕਾਰਵਾਈਆਂ ਇਹ ਦੋਨੋਂ ਕਾਰਵਾਈਆਂ ਅਸੀਂ ਹੋਣਗੀਆਂ। ਵੀ ਕਰ ਰਹੇ ਕਾਨੂੰਨੀ ਵੀ, ਤੇ ਆ ਜਿਹੜੀ ਉਸ ਕਾਨੂੰਨ ਤੋਂ ਵੀ ਵੱਡੀ ਹੈ ਕਾਰਵਾਈ, ਉਹਦੀ ਦਰਖਾਸਤ ਹੈ। ਬਸ ਗੱਲ ਖਤਮ ਹੋਈ। ਕਿਤੇ ਆਪਣੇ ਕੇਸ ਤੇ ਬੋਲਦਿਆਂ ਹੋਇਆਂ ਸਿੱਧੂ ਨੇ ਕਿਹਾ ਕਿ ਪਿਛਲੇ 30 ਸਾਲਾਂ 'ਚ ਮੈਂ ਕੇਸ ਤੇ ਕੁਝ ਨਹੀਂ ਬੋਲਿਆ ਅਤੇ ਹੁਣ ਵੀ ਮਾਣਯੋਗ ਕੋਰਟ ਵਿੱਚ ਜਾ ਕੇ ਹੀ ਬੋਲਾਂਗਾ। ਨਾ ਮੈਂ 30 ਸਾਲ ਪਹਿਲਾਂ ਬੋਲਿਆ ਸੀ, ਨਾ ਮੈਂ ਹੁਣ ਬੋਲਿਆ। ਨਹੀਂ, ਤੁਹਾਨੂੰ ਇਹਦੇ ਪਿੱਛੇ ਕੋਈ ਸਾਜ਼ਿਸ਼ ਨਜ਼ਰ ਆਉਂਦੀ ਹੈ ਜੀ ਕਿ ਪ੍ਰਵੋਕ ਕੀਤਾ ਗਿਆ, ਜਿਹੜੀਆਂ ਗਰੀਬ ਪਾਰਟੀਆਂ ਨੂੰ ਪ੍ਰਵੋਕ ਕੀਤਾ ਗਿਆ ਕਿ ਜਾ ਕੇ ਦੁਬਾਰਾ ਜਿਹੜੀ ਪਟੀਸ਼ਨ ਦਾਇਰ ਕਰੇ? ਇਹ 2000 ਵਾਰ ਪੁੱਛ ਲਿਆ, ਹੁਣ ਇੱਕ ਵਾਰ ਹੋਰ ਪੁੱਛ ਲੈ ਮਿੱਤਰਾ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ। ਸਬ ਜੁਡਿਸ ਮਾਮਲਾ ਖਤਮ ਹੋਈ ਗੱਲ। ਥੈਂਕ ਯੂ, ਥੈਂਕ ਯੂ। ਜਿਹੜੇ ਸਕੂਲ 'ਚ ਤੂੰ ਪੜ੍ਹਦਾ ਉਹਦਾ ਪ੍ਰੋਫੈਸਰ ਰਹਿ ਚੁੱਕਾ। ਇਸ ਮੌਕੇ ਪ੍ਰੈਸ ਕਾਨਫਰੰਸ 'ਚ ਮੌਜੂਦ ਸਨ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ। ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਕੁਝ ਲੀਡਰ ਦੱਬੇ ਸੁਰ ਵਿੱਚ ਅਕਾਲੀ ਦਲ ਦੇ ਖਿਲਾਫ ਬਗਾਵਤ ਦੇ ਸੁਰ ਬੋਲ ਰਹੇ ਨੇ, ਭਾਵੇਂ ਉਹ ਤਰਨਤਾਰਨ ਦੇ ਬ੍ਰਹਮਪੁਰਾ ਸਾਹਿਬ ਹੋਣ ਜਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ। ਉਹਨਾਂ ਬਾਦਲ ਪਰਿਵਾਰ ਨੂੰ ਅਕਾਲ ਤੱਕ ਜਾ ਕੇ ਮੁਆਫੀ ਮੰਗਣ ਦੀ ਗੱਲ ਵੀ ਕਹੀ ਸੀ। ਜਾਖੜ ਨੇ ਕਿਹਾ ਕਿ ਮੇਰੇ ਇਲਾਕੇ ਵਿੱਚ ਆ ਕੇ ਰੈਲੀ ਕੀਤੀ ਅਤੇ ਰੈਲੀ ਕਰਦਿਆਂ ਇਹਨਾਂ ਤੋਂ ਇੱਕ ਵੱਡੀ ਗਲਤੀ ਹੋਈ। ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਦਾ ਖਿਤਾਬ ਦੇ ਦਿੱਤਾ ਗਿਆ। ਜਾਖੜ ਨੇ ਕਿਹਾ ਕਿ ਅਕਾਲੀ ਦਲ ਆਪਣੇ ਨਿੱਜੀ ਸਵਾਰਥ ਲਈ ਕਿਸ ਤਰ੍ਹਾਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਵਰਤ ਰਿਹਾ ਹੈ, ਦੇਖ ਸਕਦੇ ਹਾਂ। ਅੱਜ ਨਵਜੋਤ ਸਿੰਘ ਸਿੱਧੂ ਜੀ ਨੇ ਉਹ ਕੰਮ ਕੀਤਾ ਹੈ ਜਿਹੜੇ ਸਾਰੇ ਪੰਜਾਬੀਆਂ ਦੀ ਦਿਲਾਂ ਦੀ ਭਾਵਨਾ ਹੈ। ਕੱਲੇ ਜਦੋਂ ਮੈਂ ਕਹਿੰਦਾ ਸਾਰੇ ਪੰਜਾਬੀਆਂ ਦੀ, ਉਹਦੇ ਵਿੱਚ ਅਕਾਲੀ ਜਿਹੜੇ ਸਾਥੀ ਹੈ ਉਹ ਵੀ ਸ਼ਾਮਿਲ ਨੇ। ਜੋ ਗੱਲ ਬ੍ਰਹਮਪੁਰਾ ਸਾਹਿਬ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀਕੇ ਸਾਹਿਬ ਦਬੀ ਜ਼ਬਾਨ 'ਚ ਕਹਿ ਰਹੇ ਹੈ, ਜਿੱਥੇ ਬ੍ਰਹਮਪੁਰਾ ਸਾਹਿਬ ਨੇ ਕਿਹਾ ਸੀ ਵੀ ਬਾਦਲ ਸਾਹਿਬ ਨੂੰ ਤੇ ਸੁਖਬੀਰ ਬਾਦਲ ਨੂੰ ਜਾ ਕੇ ਅਕਾਲ ਤਖਤ ਸਾਹਿਬ 'ਚ ਮਾਫੀ ਮੰਗਣੀ ਚਾਹੀਦੀ ਹੈ। ਜੋ ਜੀਕੇ ਜੀ ਨੇ ਕਿਹਾ ਕਿ ਅੱਜ ਅਕਾਲੀਆਂ ਦੀ ਜਿਹੜੀ ਸਥਿਤੀ ਹੈ ਸਾਰੀ ਦੁਨੀਆ ਦੇ ਅੰਦਰ, ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਅੰਦਰ ਅੱਜ ਉਹਨਾਂ ਦੇ ਕਲੇਜੇ ਜਿਹੜੇ ਹੈ ਅਕਾਲੀਆਂ ਦੀ ਹਰਕਤਾਂ ਕਰਕੇ ਅੱਜ ਵਲੂੰਧਰੇ ਪਏ ਨੇ। ਉਹ ਗੱਲ ਅੱਜ ਨਵਜੋਤ ਸਿੱਧੂ ਨੇ ਜਾ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਹਾਜ਼ਰ ਹੋ ਕੇ ਉਸ ਕੰਮ ਦੀ ਜਿਹੜੀ ਕੀਤਾ ਹੈ, ਮੈਂ ਸਮਝਦਾ ਵੀ ਇਹਨਾਂ ਵਾਸਤੇ ਸਾਰੇ ਪੰਜਾਬੀਆਂ ਦੇ ਦਿਲਾਂ ਦੇ ਉੱਤੇ ਇੱਕ ਮੱਲਮ ਜ਼ਰੂਰ ਇਹਦੇ ਨਾਲ ਲੱਗਣ ਦਾ ਇਹਨਾਂ ਨੇ ਪ੍ਰਯਾਸ ਕੀਤਾ ਹੈ। ਇਹਨਾਂ ਨੇ ਉਹ ਕੀਤਾ ਹੈ ਜਿਹੜਾ ਹਰੇਕ ਦੀ ਇੱਛਾ ਸੀ, ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ, ਜਿਨ੍ਹਾਂ ਲੋਕਾਂ ਨੂੰ ਪੰਥ ਦੀ ਰਖਾਲੀ ਦਾ ਜੁਮਾ ਦਿੱਤਾ ਗਿਆ ਸੀਗਾ, ਜਿਹੜੇ ਲੋਕ ਬਤੌਰ ਹੋਮ ਮਿਨਿਸਟਰ, ਡਿਪਟੀ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਹੋਣ ਦੇ ਨਾਤੇ ਜਿੱਥੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਜਿਹੜੇ ਰਾਖੇ ਸੀਗੇ, ਉੱਥੇ ਉਹ ਲੋਕ ਇੱਕ ਪੰਥਿਕ ਪਾਰਟੀ ਦੇ ਹੈੱਡ ਹੋਣ ਦੇ ਨਾਤੇ ਪੰਥ ਦੀ ਰਾਖੀ ਦੇ ਵੀ ਜ਼ਿੰਮੇਵਾਰ ਸੀਗੇ। ਪਰ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਤੇ ਉਸ ਹਾਲਾਤ ਦੇ ਵਿੱਚ ਉਸ ਬਾੜ ਨੂੰ ਉਖਾੜਨਾ ਹੀ ਬਣਦਾ ਹੈ। ਉਹ ਕੰਮ ਅੱਜ ਸਿੱਧੂ ਸਾਹਿਬ ਜਾ ਕੇ ਉੱਥੇ ਕਰਕੇ ਆਏ ਹੈ। ਜਿੱਥੇ ਤਾਈਂ ਜੋ ਇਹਨਾਂ ਨੇ ਆ ਚਿੱਠੀ ਲਿਖੀ ਹੈ ਜਿਹਦੇ ਵਿੱਚ ਸਾਰਾ ਵੇਰਵਾ ਪਾਇਆ ਹੈ, ਜਿੱਥੇ ਸੌਦਾ ਕਰਨ ਦੀ ਗੱਲ ਕੀਤੀ ਹੈ, ਦੋ ਸੌਦਾਗਰਾਂ ਨੇ ਮਿਲ ਕੇ ਜਿੱਥੇ ਪੰਥ ਦੇ ਜਿਹੜੇ ਰਾਖੇ ਸੀਗੇ ਉਹਨਾਂ ਨੇ ਆਪਣੀ ਨੈਤਿਕਤਾ ਤੇ ਆਪਣੀ ਜ਼ਮੀਰ ਦਾ ਸੌਦਾ ਕੀਤਾ ਹੈ। ਉੱਥੇ ਇੱਕ ਜਿਹੜੀ ਫੈਕਚੁਅਲ ਗੱਲ ਮੈਂ ਸਾਹਮਣੇ ਰੱਖਣਾ ਚਾਹੂੰਗਾ ਤੁਹਾਡੇ ਸਾਰਿਆਂ ਦੇ ਸਾਹਮਣੇ, 28 ਤਰੀਕ ਨੂੰ ਅਗਸਤ ਨੂੰ ਵਿਧਾਨ ਸਭਾ ਦੇ ਅੰਦਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਉੱਤੇ ਬਹਿਸ ਹੋਈ। 29 ਤਰੀਕ ਨੂੰ ਪ੍ਰੈਸ ਕਾਨਫਰੰਸ ਬੁਲਾ ਕੇ ਤੇ ਮੈਂ ਆ ਗੱਲ ਲੋਕਾਂ ਦੇ ਸਾਹਮਣੇ ਰੱਖੀ ਸੀ ਵੀ ਉਸ ਸਮੇਂ ਦੇ ਡਿਪਟੀ ਚੀਫ ਮਿਨਿਸਟਰ ਤੇ ਅਕਾਲੀ ਪਾਰਟੀ ਦੇ ਸਰਬਰਾਹ ਸੁਖਬੀਰ ਸਿੰਘ ਬਾਦਲ ਨੇ ਬੰਬਈ ਦੇ ਵਿੱਚ ਡੇਰਾ ਮੁਖੀ ਸਰਸੇ ਵਾਲੇ ਦੇ ਨਾਲ ਬੈਠ ਕੇ ਸੌਦਾ ਕੀਤਾ। ਅੱਜ ਉਸ ਗੱਲ ਨੂੰ ਘੱਟੋ ਘੱਟ 15 ਦਿਨ ਤੋਂ ਫालतू ਹੋ ਗਏ, 15-17 ਦਿਨ ਹੋ ਗਏ। ਅੱਜ ਤਾਈਂ ਸੁਖਬੀਰ ਸਿੰਘ ਇਨਸਾਨ ਨੇ ਇੱਕ ਵਾਰੀ ਮਨਾ ਨਹੀਂ ਕੀਤਾ ਵੀ ਮੈਂ ਉੱਥੇ ਡੇਰੇ ਮੁਖੀ ਨਾਲ ਮੇਰੀ ਮੀਟਿੰਗ ਹੋਈ। ਬਾਦਲ ਸਾਹਿਬ ਨੇ 7 ਦਿਨ ਲਾ ਕੇ ਬਿਆਨ ਦੇ ਦਿੱਤਾ ਵੀ ਮੈਂ ਗੋਲੀ ਚਲਾਉਣ ਦੇ ਆਦੇਸ਼ ਨਹੀਂ ਦਿੱਤੇ, ਪਰ ਸੁਖਬੀਰ ਸਿੰਘ ਇਨਸਾਨ ਅੱਜ ਤਾਈਂ ਇਸ ਗੱਲ ਦਾ ਜਵਾਬ ਨਹੀਂ ਦੇ ਸਕਿਆ। ਸੁਨੀਲ ਜਾਖੜ ਦੇ ਜਾ ਕੇ ਅਬੋਹਰ ਦੇ ਵਿੱਚ ਰੈਲੀ ਕਰ ਆਏ। ਅਬੋਹਰ ਦੇ ਵਿੱਚ ਜਾ ਕੇ ਇਹਨਾਂ ਨੇ
ਇੱਕ ਵਾਰ ਫਿਰ ਤੋਂ ਭੁੰਦੜ ਸਾਹਿਬ ਹੁਣ ਮਾਫੀਆਂ ਮੰਗਦੇ ਫਿਰਦੇ ਆ ਜਾ ਕੇ। ਭੁੰਦੜ ਸਾਹਿਬ ਨੇ ਉਹ ਕੰਮ ਕੀਤਾ ਜਿਹਦੇ ਵਾਸਤੇ ਆ ਸਾਰਾ ਕੁਝ ਆ ਬੇਅਦਬੀ ਨੂੰ ਲੈ ਕੇ ਜਿਹੜੇ ਅਕਾਲੀ ਪਾਰਟੀ ਦਾ ਇੰਨਾ ਕੁਝ ਸਾਹਮਣੇ ਆ ਰਿਹਾ, ਉਹਦੇ ਬਾਅਦ ਜਾ ਕੇ ਮੋਰਚੇ ਕਰਿਆ, ਕਿਉਂਕਿ ਬੌਂਦਲੇ ਹੋਏ ਸੀ। ਬੌਂਦਲੇ ਹੋਇਆ ਬੰਦਾ ਇਸ ਕਿਸਮ ਦੀਆਂ ਗਲਤੀਆਂ ਕਰਦਾ, ਉੱਥੇ ਜਾ ਕੇ ਕਰਿਆ। ਪਰ ਵਾਹਿਗੁਰੂ ਬਖਸ਼ਣਹਾਰ ਹੈ, ਇਹਨਾਂ ਨੂੰ ਬਖਸ਼ੇ, ਇਹਨਾਂ ਦੀ ਆ ਜਿਹੜੀ ਮਦਬੁੱਧੀ ਹੈ ਇਹਨੂੰ ਵੀ ਬਖਸ਼ੇ। ਪਰ ਸੁਖਬੀਰ ਸਿੰਘ ਇੰਸਾਂ ਅੱਜ ਤਾਈਂ ਇਸ ਗੱਲ ਦਾ ਜਵਾਬ ਨਹੀਂ ਸੀ ਦੇ ਸਕੇ। ਅੱਜ ਵੀ ਮੇਰਾ ਤੁਹਾਡੇ ਰਾਹੀਂ ਅੱਜ ਵੀ ਉਹਨਾਂ ਨੂੰ ਆਹ ਵੀ ਸਵਾਲ ਹੈ, ਜਿੱਥੇ ਮੈਂ ਉਹਨਾਂ ਤੋਂ ਆਹ ਪੁੱਛ ਰਿਹਾ ਬਾਰ-ਬਾਰ ਵੀ ਗੋਲੀ ਚਲਾਉਣ ਦੇ ਆਦੇਸ਼ ਕਿਹਨੇ ਦਿੱਤੇ, ਕਿਹੜਾ ਸੌਦਾ ਉੱਥੇ ਹੋਇਆ, ਜ਼ਮੀਰ ਦੇ ਨਾਲ ਕਿਹੜੀ ਗੱਲਾਂ ਦਾ ਸੌਦਾ ਹੋਇਆ, ਜਿੱਥੇ ਸੁਖਬੀਰ ਸਿੰਘ ਇੰਸਾਂ ਨੇ ਦੱਸਤਾ ਵੀ PTC ਉਹਨਾਂ ਦੀ ਹੈ, ਹੋਟਲ ਉਹਨਾਂ ਦੇ ਹੈ। ਉਹਨਾਂ ਨੇ ਇੱਕ ਗੱਲ ਜਿਹੜੀ ਨਹੀਂ ਦੱਸੀ, ਫਿਲਮ ਪ੍ਰੋਡਕਸ਼ਨ ਕੰਪਨੀ ਕਿਹੜੀ ਹੈ ਉਹਨਾਂ ਦੀ, ਉਹਦਾ ਨਾਮ ਵੀ ਦੱਸ ਦੇਣ ਪੰਜਾਬ ਦੇ ਲੋਕਾਂ ਨੂੰ। ਕਿਉਂਕਿ ਆਹ ਜਿਹੜਾ 100 ਕਰੋੜ ਰੁਪਏ ਦਾ ਜਲਾਲ ਸਾਹਿਬ ਨੇ ਇਲਜ਼ਾਮ ਲਾਇਆ ਸੀਗਾ, ਕੋਈ 100 ਕਰੋੜ ਰੁਪਈਆ ਥੈਲਾਂ 'ਚ ਭਰ ਕੇ ਨਹੀਂ ਸੀ ਆਣਾ। ਉਹ ਫਿਲਮ ਪ੍ਰੋਡਕਸ਼ਨ ਕੰਪਨੀ ਦੇ ਵਿੱਚ ਕੋਈ ਸਾਂਝ ਦਾ ਕੋਈ ਉੱਥੇ ਸੌਦਾ ਹੋਇਆ ਹੈ, ਉਹਦਾ ਜਿਹੜਾ ਸਾਰਾ ਜਵਾਬ ਹੈ ਉਹ ਜਿਹੜੀ SIT ਬਣੀ ਹੈ ਉਹਦੇ ਵਿੱਚ ਆਊਗਾ। ਪਰ ਮੈਂ ਇੱਕ ਵਾਰ ਫੇਰ ਜਿਹੜੀ ਗੱਲ ਪੰਜਾਬ ਦੇ ਦਿਲਾਂ ਦੀ ਗੱਲ ਸੀਗੀ, ਉਹ ਅੱਜ ਨਵਜੋਤ ਸਿੱਧੂ ਜੀ ਨੇ ਜਾ ਕੇ ਲੋਕਾਂ ਦੀ ਦਿਲਾਂ ਦੀ ਭਾਵਨਾ ਜਾ ਕੇ ਇੱਕ ਚਿੱਠੀ ਰਾਹੀਂ ਅਕਾਲ ਤਖਤ ਦੇ ਸਾਹਮਣੇ ਰੱਖੀ ਹੈ। ਤੇ ਮੈਨੂੰ ਪੂਰੀ ਉਮੀਦ ਹੈ ਵੀ ਇਹਨਾਂ ਨੂੰ ਦੇਖਦੇ ਹੋਏ ਜਿਹੜਾ ਲੋਕਾਂ ਦਾ ਆਵਾਜ਼ੇ ਖਲਕ ਆਵਾਜ਼ੇ ਖੁਦਾ ਬਿਲਕੁਲ ਲੋਕਾਂ ਦੇ ਸਾਹਮਣੇ ਆਊਗੀ। ਸਿੱਧੂ ਸਾਹਿਬ ਆਪਣੀ ਜੋ ਉੱਥੇ ਜਾ ਕੇ ਇਹਨਾਂ ਨੇ ਚਿੱਠੀ ਤੁਹਾਡੇ ਸਾਹਮਣੇ ਪੜ੍ਹੀ ਹੈ, ਉਹਦੇ ਤੇ ਜ਼ਰੂਰ ਚਾਨਣਾ ਪਾਣ। ਜ਼ਰੂਰ। ਇੱਕ ਇੰਪਲੋਈ ਕਿਹਾ ਸੀਗਾ ਭਾਜੀ, ਉਹ ਤੁਹਾਨੂੰ ਮੈਂ ਦੇਖੋ, ਮੈਨੂੰ SGPC ਦੇ ਪ੍ਰਧਾਨ ਬਡੂੰਗਰ ਸਾਹਿਬ ਨੇ ਵੀ ਤੇ ਹੁਣ ਵੀ ਬਾਰ-ਬਾਰ ਅਕਾਲੀ ਸਾਥੀ ਕਹਿ ਦਿੰਦੇ ਆ ਵੀ ਸੁਨੀਲ ਜਾਖੜ ਤੁਸੀਂ ਸਾਡੇ ਧਾਰਮਿਕ ਮਸਲਿਆਂ 'ਚ ਦਖਲ ਨਾ ਦਿਆ ਕਰੋ, ਤੇ ਮੈਂ ਦਖਲ ਦਿੰਦਾ ਵੀ ਨਹੀਂ। ਅੱਜ ਸਿੱਧੂ ਸਾਹਿਬ ਜਾ ਕੇ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਏ ਹੈ, ਉਹ ਦਖਲਅੰਦਾਜ਼ੀ ਦਾ ਮੈਂ ਜਵਾਬ ਦਊਂਗਾ ਬਾਅਦ 'ਚ। ਬਤੌਰ ਜਿਹੜੀ ਮੈਂ ਗੱਲ ਪੁੱਛਣਾ ਚਾਹੁੰਦਾ ਵੀ ਇੱਕ ਐਜ਼ ਅ ਲੇਮੈਨ, ਕੁਝ ਦਿਨ ਪਹਿਲਾਂ SGPC ਦੇ ਪ੍ਰਧਾਨ ਸਾਹਿਬ ਦੀ ਇੱਕ ਇੰਟਰਵਿਊ ਇੱਕ ਇੰਗਲਿਸ਼ ਪੇਪਰ ਦੇ ਅੰਦਰ ਬੜੀ ਉਸ 'ਚ ਛਪੀ ਸੀਗੀ, ਤੇ ਉਹਨਾਂ 'ਚੋਂ ਜਥੇਦਾਰ ਸ਼੍ਰੀ ਗੁਰਮੁਖ ਸਿੰਘ ਜੀ ਦੇ ਟਰਾਂਸਫਰ ਬਾਰੇ ਕਈ ਉਹਨਾਂ ਤੋਂ ਪੁੱਛਿਆ ਗਿਆ। ਜੇ ਉਹ ਤੁਸੀਂ ਇੰਟਰਵਿਊ ਕੱਢ ਕੇ ਦੇਖੋ, ਉਹਦੇ ਵਿੱਚ ਉਹਨਾਂ ਨੇ 3 ਥਾਂ ਕਿਹਾ ਹੈ ਦੈਟ ਗੁਰਮੁਖ ਸਿੰਘ ਇਜ਼ ਮਾਈ ਇੰਪਲੋਈ, ਵੀ ਉਹ ਮੇਰਾ ਨੌਕਰ ਹੈ, ਮੈਂ ਉਹਦਾ ਤਬਾਦਲਾ ਕਿਤੇ ਵੀ ਕਰਾਂ। ਇੰਪਲੋਈ ਦਾ ਜਿਹੜਾ ਮਾਇਨਾ, ਮੈਂ ਅੱਜ ਜਦੋਂ ਅਸੀਂ ਦਿੱਲੀ ਤੋਂ ਇਕੱਠੇ ਆ ਰਹੇ ਸੀ, ਮੈਂ 3 ਵਾਰੀ ਇਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਮੈਂ ਇੰਗਲਿਸ਼ ਦੀ ਉਹਨਾਂ ਦੀ ਉਹ ਦੇਖੀ ਹੈ, ਉਹ ਜਿਹੜੀ ਇੰਟਰਵਿਊ ਦੇਖੀ ਹੈ, ਬਟ ਇੰਪਲੋਈ ਮੀਨਸ ਵੀ ਮੇਰੇ ਕਰਿੰਦੇ ਹੈ, ਮੇਰੇ ਨੌਕਰ ਹੈ। ਕਿ ਜਿੱਥੇ ਤੁਸੀਂ ਜਾ ਰਹੇ ਹੋ, ਇਹ ਕਹਿੰਦੇ ਮੈਂ ਕਿਸੇ ਇਨਸਾਨ ਕੋਲ ਨਹੀਂ ਜਾ ਰਿਹਾ, ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਰਿਹਾ, ਇੱਕ ਇੰਸਟੀਟਿਊਸ਼ਨ ਹੈ ਉੱਥੇ ਜਾ ਰਿਹਾ, ਮੈਂ ਕਿਸੇ ਇੱਕ ਬੰਦੇ ਕੋਲ ਨਹੀਂ ਜਾ ਰਿਹਾ। ਬੰਦੇ ਗਾਂ ਪਿਛਾਂ ਹੁੰਦੇ ਰਹਿੰਦੇ ਹੈ, ਪਰ ਉਹ ਜਿਹੜੀ ਸਰਵੋੱਚ ਸੰਸਥਾ ਹੈ, ਮੈਨੂੰ ਇਸ ਗੱਲ ਦਾ ਦੁੱਖ ਹੈ ਜਦੋਂ ਮੈਂ ਕਹਿੰਦਾ ਬਾੜ ਖੇਤ ਨੂੰ ਖਾਣ ਲੱਗੀ। ਇਹਨਾਂ ਲੋਕਾਂ ਨੇ ਜਿੱਥੇ ਆਪਣਾ ਜ਼ਮੀਰ ਵੇਚਿਆ, ਉੱਥੇ ਇਹਨਾਂ ਸੰਸਥਾਵਾਂ ਦੇ ਉੱਤੇ ਇਸ ਕਿਸਮ ਦਾ ਇੱਕ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਮੈਂ ਸਮਝਦਾ ਇਸ ਕਿਸਮ ਦੇ ਫੈਸਲਿਆਂ ਨਾਲ ਉਹ ਦਾਗ ਸਾਰੇ ਮਿਟ ਜਾਣਗੇ। ਸਾਰੇ ਆ ਜਿਹੜੀ ਧੁੱਪ ਜਿਹੜੀ ਆ ਮਿੱਟੀ ਧੁੰਦਰ ਸਭ ਚਾਨਣ ਹੋਇਆ, ਆ ਬਿਲਕੁਲ ਇੱਥੇ ਸਾਰੇ ਸੱਚ ਦਾ ਬਿਲਕੁਲ ਸਾਹਮਣੇ ਆਊਗਾ। ਸਿੱਧੂ ਸਾਹਿਬ ਤੁਸੀਂ ਇਹ ਜਾਖੜ ਸਾਹਿਬ ਜਦੋਂ ਇਹ ਕਹਿੰਦੇ ਆ ਕਿ ਧਰਮ ਤੋਂ ਤੁਸੀਂ ਸਾਈਡ ਤੋਂ ਇਹਨਾਂ ਨੂੰ ਇਹ ਇਲਤਜਾ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।